13 ਫਰਵਰੀ ਨੂੰ ਜਦੋਂ ਹੀ ਭਾਰਤ ਦੇ ਕਿਸਾਨ ਇੱਕ ਵਾਰ ਫਿਰ ਤੋਂ ਦਿੱਲੀ ਚਲੋ ਦਾ ਐਲਾਨ ਕਰਦੇ ਆ ਤਾਂ ਉਸੇ ਹੀ ਦਿਨ ਤੋਂ ਕਿਸਾਨਾਂ ਨੂੰ ਰੋਕਣ ਦੇ ਲਈ ਭਾਰਤ ਦੀ ਸਰਕਾਰ ਨੇ ਇੱਕ ਵਾਰ ਫਿਰ ਤੋਂ ਦਿੱਲੀ ਦੇ ਆਸ-ਪਾਸ ਜੋ ਬੰਦੋਬਸਤ ਕੀਤਾ, ਇਹਨੂੰ ਦੇਖ ਕੇ ਲੱਗਦਾ ਕਿ ਇਹ ਕਿਸਾਨ ਆਪਣੇ ਦੇਸ਼ ਦੇ ਕਿਸਾਨ ਨਹੀਂ ਬਲਕਿ ਕਿਸੇ ਹੋਰ ਦੇਸ਼ ਦੀ ਫੌਜ ਭਾਰਤ ਦੇ ਉੱਪਰ ਹਮਲਾ ਕਰਨ ਦੇ ਲਈ ਆ ਰਹੀ ਆ। ਆਏ ਦਿਨ ਆਪਾਂ ਨੂੰ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਝਪਟ ਹੋਣ ਦੀਆਂ ਖਬਰਾਂ ਸੁਣਾਈ ਦਿੰਦੀਆਂ ਨੇ। ਇੱਥੋਂ ਤੱਕ ਕਿ ਬਾਰਡਰ ਦੇ ਉੱਪਰ ਪੁਲਿਸ ਨੇ ਕਿਸਾਨਾਂ ਦੇ ਉੱਪਰ ਗੋਲੀਆਂ ਵੀ ਚਲਾਈਆਂ ਨੇ, ਜਿਹਦੇ ਵਿੱਚ ਇੱਕ ਨੌਜਵਾਨ ਕਿਸਾਨ ਦੀ ਵੀ ਮੌਤ ਹੋ ਗਈ। ਇਹਦੇ ਤੋਂ ਪਹਿਲਾਂ ਵੀ ਜਦੋਂ 5 ਜੂਨ ਸਾਲ 2020 ਨੂੰ ਭਾਰਤ ਦੀ ਸਰਕਾਰ 3 ਖੇਤੀ ਦੇ ਕਾਲੇ ਕਾਨੂੰਨ ਲੈ ਕੇ ਆਈ ਸੀ ਤਾਂ ਉਸ ਸਮੇਂ ਵੀ ਕਿਸਾਨਾਂ ਨੇ ਇੱਕ ਬਹੁਤ ਲੰਮਾ ਸੰਘਰਸ਼ ਕੀਤਾ ਸੀ ਇਹਨਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ। ਇਹ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਇਹ 1 ਸਾਲ ਤੋਂ ਵੀ ਵੱਧ ਲੰਮਾ ਸਮਾਂ ਚੱਲਦਾ ਰਿਹਾ, ਜਿਹਨੇ ਕਿ ਭਾਰਤ ਦੀ ਸਰਕਾਰ ਨੂੰ ਮਜਬੂਰ ਕੀਤਾ ਸੀ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਲਈ। ਤੇ ਇਹ ਜਿਹੜੇ ਤਿੰਨੇ ਖੇਤੀ ਕਾਨੂੰਨ ਆ ਇਹਨਾਂ ਨੂੰ ਰੱਦ ਕਰਾਉਣ ਦੇ ਲਈ ਇਹ ਸੰਘਰਸ਼ ਇੰਨਾ ਕੁ ਜ਼ਿਆਦਾ ਲੰਮਾ ਸੀ ਕਿ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਹ ਤੋਂ ਲਾ ਸਕਦੇ ਆ ਕਿ ਆਜ਼ਾਦ ਭਾਰਤ ਦੇ ਇਤਿਹਾਸ ਦਾ ਇਹ ਸਭ ਤੋਂ ਲੰਮਾ ਚੱਲਣ ਵਾਲਾ ਅੰਦੋਲਨ ਸੀ। ਤੇ ਫਿਰ ਕਿਸਾਨਾਂ ਦੇ ਸਦਕ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਖੁਦ 1 ਸਾਲ ਬਾਅਦ ਟੀਵੀ ਦੇ ਉੱਪਰ ਆ ਕੇ ਇਹਨਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਲੈਂਦੇ ਆ। हमने 3 कृषि कानूनों को वापस लेने का, रिपील करने का निर्णय लिया है। पर फिर ਹੁਣ 2 ਸਾਲਾਂ ਤੋਂ ਵੀ ਪਹਿਲਾਂ ਇੱਕ ਵਾਰ ਫਿਰ ਤੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਸੜਕਾਂ ਦੇ ਉੱਪਰ ਆ ਗਏ। ਕੀ ਇਹ ਸੱਚਮੁੱਚ ਗੋਦੀ ਮੀਡੀਆ ਦੇ ਕਹਿਣ ਵਾਂਗੂ ਸਿਰਫ ਵੋਟਾਂ ਦੇ ਕਰਕੇ ਅੰਦੋਲਨ ਕਰ ਰਹੇ ਆ ਜਾਂ ਫਿਰ ਇਸ ਵਾਰ ਕਿਸਾਨ ਕੋਈ ਹੋਰ ਮੰਗਾਂ ਲੈ ਕੇ ਆਇਆ? ਕੀ ਆ ਕਿਸਾਨਾਂ ਦੀਆਂ ਨਵੀਆਂ ਮੰਗਾਂ? ਕੀ ਇਹ ਸਿਰਫ MSP ਦਾ ਰੌਲਾ ਜਾਂ ਫਿਰ ਜਿਹੜੇ ਕਿਸਾਨ ਸਰਕਾਰ ਨੂੰ WTO ਤੋਂ ਬਾਹਰ ਨਿਕਲ ਜਾਣ ਦੇ ਲਈ ਕਹਿ ਰਹੇ ਆ ਉਹ ਕਿਉਂ ਕਹਿ ਰਹੇ ਆ? ਤੇ ਕਿਵੇਂ ਅਮਰੀਕਾ, ਆਸਟ੍ਰੇਲੀਆ ਤੇ ਯੂਰਪੀਅਨ ਯੂਨੀਅਨ ਵਰਗੇ ਦੇਸ਼ ਭਾਰਤ ਦੀ ਸਰਕਾਰ ਦੇ ਉੱਪਰ ਇਸ ਗੱਲ ਦਾ ਦਬਾਅ ਬਣਾ ਰਹੇ ਆ ਕਿ ਉਹ ਭਾਰਤ ਦੇ ਕਿਸਾਨਾਂ ਦੀ ਮਦਦ ਨਾ ਕਰਨ? ਤੇ ਕੀ ਇਹ ਜਿਹੜੀ MSP ਦੀ ਲੀਗਲ ਗਾਰੰਟੀ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਆ, MSP ਦਾ ਜੇਕਰ ਇਹ ਕਾਨੂੰਨ ਪਾਸ ਹੁੰਦਾ ਤਾਂ ਕੀ ਭਾਰਤ ਦੀ ਇਕਨੋਮੀ ਦੇ ਉੱਪਰ ਇਹਦਾ ਕੋਈ ਅਸਰ ਪਊ? ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੇ ਟੌਪਿਕਾਂ ਦੇ ਉੱਪਰ ਗੱਲ ਕਰਾਂਗੇ। Farmers travel to New Delhi and demand guaranteed prices for their crops. Police in Delhi have banned all public gatherings ahead of a threatened march on India's capital on Tuesday by thousands of protesting farmers. ਸੋ ਜੇਕਰ ਆਪਾਂ ਸਭ ਤੋਂ ਪਹਿਲਾਂ ਇਸ ਵਾਰੀ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਧਰਨਾ ਲਾ ਕੇ ਬੈਠੇ ਆ ਇਹਨਾਂ ਦੀਆਂ ਮੁੱਖ ਮੰਗਾਂ ਦੇਖੀਏ ਤਾਂ ਇਹਦੇ ਵਿੱਚ ਇਹ ਇੱਕ ਤਾਂ MSP ਦੀ ਲੀਗਲ ਗਾਰੰਟੀ ਦੀ ਮੰਗ ਕਰ ਰਹੇ ਆ ਤੇ ਇਹਦੇ ਤੋਂ ਇਲਾਵਾ ਇਹ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਬਾਰੇ ਵੀ ਕਹਿ ਰਹੇ ਆ। 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਇਹਦੇ ਬਾਰੇ ਵੀ ਇਹ ਗੱਲ ਕਰ ਰਹੇ ਆ। ਤੇ ਪਹਿਲੇ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਪਰਚੇ ਹੋਏ ਸੀ ਕਿਸਾਨਾਂ ਦੇ ਉੱਪਰ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਆ ਤੇ WTO ਨੂੰ ਵੀ ਛੱਡ ਦੇਣ ਦੇ ਲਈ ਕਹਿ ਰਹੇ ਆ ਇਹ ਭਾਰਤ ਦੀ ਸਰਕਾਰ ਨੂੰ। ਇਹਨਾਂ ਕੁਝ ਕੁ ਮੰਗਾਂ ਨੂੰ ਲੈ ਕੇ ਇਹ ਜਿਹੜੇ ਭਾਰਤ ਦੇ ਕਿਸਾਨ ਆ ਇਸ ਸਮੇਂ ਸੜਕਾਂ ਦੇ ਉੱਪਰ ਆਏ ਹੋਏ ਨੇ। ਦੇਖਣ ਦੇ ਵਿੱਚ ਇਹ ਜਿਹੜੀਆਂ ਮੰਗਾਂ ਨੇ ਇਹ ਬੜੀਆਂ ਹੀ ਸਧਾਰਨ ਲੱਗਦੀਆਂ ਨੇ ਪਰ ਫਿਰ ਵੀ ਕੁਝ ਕੁ ਗੋਦੀ ਮੀਡੀਆ ਦੇ ਚੈਨਲ ਤੇ ਕੁਝ ਕੁ ਅਜਿਹੇ ਯੂਟਿਊਬਰ ਆ ਜਿਹੜੇ ਕਿ ਕਿਸਾਨਾਂ ਨੂੰ ਇਸ ਸਮੇਂ ਬਦਨਾਮ ਕਰ ਰਹੇ ਨੇ ਕਿ ਇਹ ਜੇਕਰ ਮੰਨ ਲਓ ਉਹਨਾਂ ਨੇ ਉਹਨਾਂ ਦੀ MSP ਵਾਲੀ ਗਾਰੰਟੀ ਮੰਨ ਲਈ ਤਾਂ ਇਹਦੇ ਨਾਲ ਭਾਰਤ ਨੂੰ ਬਹੁਤ ਜ਼ਿਆਦਾ ਝਟਕਾ ਲੱਗੂਗਾ, ਭਾਰਤ ਦੀ ਇਕਨੋਮੀ ਹਿੱਲ ਜੂਗੀ। फसलों का ये MSP बढ़ा, खाने पीने का सामान जो इन फसलों से बनता है उसकी कीमत भी बढ़ जाएगी। खाने पीने की जो वस्तुएं हैं उनकी महंगाई भी 25 से 30% तक बाजार में बढ़ जाएगी। ਪਰ ਅਸਲ ਦੇ ਵਿੱਚ ਇਹ ਜਿਹੜੀ ਗੱਲ ਤੁਹਾਨੂੰ ਕਹਿ ਰਹੇ ਆ ਇਹ ਬਿਲਕੁਲ ਗਲਤ ਆ। ਆਜੋ ਆਪਾਂ ਇੱਕ ਇੱਕ ਕਰਕੇ ਕਿਸਾਨਾਂ ਦੀਆਂ ਜਿਹੜੀਆਂ ਕੁਝ ਕੁ ਮੰਗਾਂ ਨੇ ਇਹਨਾਂ ਦੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਕੀ ਇਹ ਜਿਹੜੇ ਯੂਟਿਊਬਰ ਆ ਜਾਂ ਜਿਹੜੇ ਇਹ ਨਿਊਜ਼ ਚੈਨਲ ਆ ਕੀ ਇਹ ਆਪਾਂ ਨੂੰ ਸੱਚਾਈ ਪੇਸ਼ ਕਰ ਰਹੇ ਆ ਜਾਂ ਸਿਰਫ ਇਹ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਤੇ ਮੋਦੀ ਸਰਕਾਰ ਨੂੰ ਖੁਸ਼ ਕਰਨ ਦੇ ਲਈ ਇਹ ਵੀਡੀਓਜ਼ ਬਣਾ ਰਹੇ ਆ। ਸੋ ਸਭ ਤੋਂ ਪਹਿਲੀ ਜਿਹੜੀ ਕਿਸਾਨਾਂ ਦੀ ਮੁੱਖ ਮੰਗ ਆ ਇਹ ਆ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੈ ਕੇ MSP ਜਿਹਨੂੰ ਆਪਾਂ ਕਹਿੰਦੇ ਆ। ਇਹਦਾ ਸਭ ਤੋਂ ਵੱਧ ਰੌਲਾ ਪਾ ਰਹੇ ਆ ਇਹ ਜਿਹੜੇ ਨਿਊਜ਼ ਚੈਨਲ ਆ। ਇਹ ਕਹਿ ਰਹੇ ਆ ਕਿ ਜੇਕਰ ਮੰਨ ਲਓ MSP ਦੀ ਮੰਗ ਨੂੰ ਮੰਨ ਲਿਆ ਜਾਂਦਾ ਤਾਂ ਇਹਦੇ ਨਾਲ ਦੇਸ਼ ਦੀ ਇਕਨੋਮੀ ਦੇ ਉੱਪਰ ਤਕਰੀਬਨ 10 ਲੱਖ ਕਰੋੜ ਤੋਂ ਲੈ ਕੇ 30 ਲੱਖ ਕਰੋੜ ਰੁਪਏ ਤੱਕ ਦਾ ਬੋਝ ਪੈ ਸਕਦਾ। ਪਰ ਅਸਲ ਦੇ ਵਿੱਚ ਇਹ ਜਿਹੜੀ ਗੱਲ ਆ ਇਹ ਬਿਲਕੁਲ ਝੂਠ ਆ। ਪਰ ਇਹ ਜਿੰਨੇ ਵੀ ਕਿਸਾਨ MSP ਦੇ ਬਾਰੇ ਗੱਲ ਕਰ ਰਹੇ ਆ ਉਹ ਇਹ ਸਰਕਾਰ ਨੂੰ ਕਹਿ ਰਹੇ ਆ ਕਿ ਉਹਨਾਂ ਨੂੰ ਘੱਟੋ ਘੱਟ ਖਰੀਦ ਕੀਮਤ ਨਿਰਧਾਰਿਤ ਕੀਤੀ ਜਾਵੇ ਉਹਨਾਂ ਦੀ ਫਸਲ ਦੀ। ਉਹ ਇਹ ਨਹੀਂ ਮੰਗ ਰਹੇ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਫਸਲਾਂ ਦਾ ਮੁੱਲ ਦਿੱਤਾ ਜਾਵੇ। ਉਹ ਸਿਰਫ ਇਹ ਗੱਲ ਕਹਿ ਰਹੇ ਆ ਕਿ ਜਿੰਨੀ ਉਹਨਾਂ ਦਾ ਖਰਚਾ ਹੋਇਆ ਸਰਕਾਰ ਉਹ ਸਾਰੇ ਖਰਚੇ ਨੂੰ ਜੋੜ ਕੇ ਥੋੜਾ ਕੁ ਉਹਨਾਂ ਨੂੰ ਪ੍ਰੋਫਿਟ ਦੇ ਕੇ ਇੱਕ ਅਜਿਹੀ ਕੀਮਤ ਨਿਰਧਾਰਿਤ ਕਰੇ ਜਿਹਦੇ ਨਾਲ ਜੇਕਰ ਕੋਈ ਪ੍ਰਾਈਵੇਟ ਪਲੇਅਰ ਵੀ ਖਰੀਦਣਾ ਚਾਹੁੰਦਾ ਜਾਂ ਕੋਈ ਆਮ ਬੰਦਾ ਖਰੀਦਣਾ ਚਾਹੁੰਦਾ ਉਹਨਾਂ ਦੀ ਫਸਲ ਤਾਂ ਉਹ ਉਸ ਕੀਮਤ ਤੋਂ ਘੱਟ ਨਾ ਖਰੀਦ ਸਕੇ। ਮਹਿੰਗਾਈ ਤਾਂ ਵਧੂ ਨਾ ਜੇਕਰ ਕਿਸਾਨ ਕਹਿਣ ਕਿ ਸਾਡੀਆਂ ਫਸਲਾਂ ਜ਼ਿਆਦਾ ਤੋਂ ਜ਼ਿਆਦਾ ਮੁੱਲ ਦੇ ਉੱਪਰ ਖਰੀਦੀਆਂ ਜਾਣ। ਉਹਦਾ ਸਿਰਫ ਇਹ ਰਿਕੁਐਸਟ ਕਰ ਰਹੇ ਆ ਕਿ ਘੱਟੋ ਘੱਟ ਖਰੀਦ ਕੀਮਤ ਨਿਰਧਾਰਿਤ
ਨਿਰਧਾਰਿਤ ਕੀਤੀ ਜਾਵੇ। ਤਾਂ ਫਿਰ ਇਹਦੇ ਨਾਲ ਮਹਿੰਗਾਈ ਕਿਵੇਂ ਦੇਸ਼ ਦੇ ਵਿੱਚ ਵਾਜੂ, ਇਸ ਗੱਲ ਦੀ ਬਿਲਕੁਲ ਵੀ ਸਮਝ ਨਹੀਂ ਆ ਰਹੀ। ਇਹਦੇ ਤੋਂ ਇਲਾਵਾ ਜਿੰਨੇ ਵੀ ਇਹ ਕਿਸਾਨ ਆ ਇਹ ਗੱਲ ਵੀ ਕਹਿ ਰਹੇ ਆ ਕਿ ਜਿਹੜੀ ਇਹ ਸਵਾਮੀਨਾਥਨ ਰਿਪੋਰਟ ਆ ਇਹਨੂੰ ਲਾਗੂ ਕੀਤਾ ਜਾਵੇ। ਇਸ ਸਮੇਂ ਕਈ ਕਿਸਾਨਾਂ ਨੂੰ MSP ਮਿਲਦੀ ਆ। ਇਹ ਜਿਹੜੀ MSP ਮਿਲਦੀ ਆ ਇਹ A2+FL ਦੇ ਫਾਰਮੂਲੇ ਦੇ ਨਾਲ ਦਿੱਤੀ ਜਾਂਦੀ ਆ। A2 ਦੇ ਵਿੱਚ ਆਪਾਂ ਜਿੰਨੇ ਵੀ ਫਸਲ ਦੇ ਉੱਪਰ ਖਰਚੇ ਕੀਤੇ ਹੁੰਦੇ ਆ ਬੀਜਣ ਤੋਂ ਲੈ ਕੇ ਵੱਢਣ ਤੱਕ, ਉਹਦੇ ਵਿੱਚ ਚਾਹੇ ਰੇਹ ਪਾਈ ਹੋਵੇ, ਸਪਰੇਅ ਕੀਤੀ ਹੋਵੇ, ਬੀਜ ਦਾ ਖਰਚਾ ਹੋਵੇ ਜਾਂ ਫਿਰ ਉਦੋਂ ਬਾਅਦ ਕੋਈ ਵੀ ਹੋਰ ਖਰਚਾ ਕੀਤਾ ਗਿਆ ਹੋਵੇ ਉਸ ਫਸਲ ਦੇ ਉੱਪਰ, ਉਹ ਸਾਰੇ A2 ਦੇ ਵਿੱਚ ਕੰਸੀਡਰ ਕੀਤੇ ਜਾਂਦੇ ਆ। ਤੇ FL ਦੇ ਵਿੱਚ ਫਾਰਮ ਲੇਬਰ ਨੂੰ ਕੰਸੀਡਰ ਕੀਤਾ ਜਾਂਦਾ ਕਿ ਕਿਸਾਨ ਦੇ ਕਿੰਨੇ ਪਰਿਵਾਰ ਦੇ ਮੈਂਬਰ ਨੇ ਜਾਂ ਕਿਸਾਨ ਦੇ ਨਾਲ ਕਿੰਨੀ ਫਾਰਮ ਲੇਬਰ ਉਸ ਫਾਰਮ ਦੇ ਉੱਪਰ ਕੰਮ ਕਰਦੀ ਆ, ਉਹਨਾਂ ਸਾਰਿਆਂ ਦੀ ਦਿਹਾੜੀ ਨੂੰ ਇਨਕਲੂਡ ਕਰਕੇ ਇਹ ਸਾਰਾ ਫਾਰਮੂਲਾ ਐਡ ਕੀਤਾ ਜਾਂਦਾ ਕਿ ਕਿੰਨੀ ਕਾਸਟ ਹੋਈ ਆ ਤੇ ਕਿੰਨੀ ਫਾਰਮ ਲੇਬਰ ਆਈ ਆ ਇਸ ਫਸਲ ਨੂੰ ਪੈਦਾ ਕਰਨ ਦੇ ਲਈ, ਤੇ ਉੱਥੋਂ ਫਿਰ ਇਹ MSP ਨੂੰ ਨਿਰਧਾਰਿਤ ਕੀਤਾ ਜਾਂਦਾ। ਪਰ ਕਿਸਾਨ ਆ ਜਿਹੜੇ ਇਹ ਸਵਾਮੀਨਾਥਨ ਰਿਪੋਰਟ ਦੀ ਮੰਗ ਕਰ ਰਹੇ ਆ, ਉਹਦੇ ਵਿੱਚ ਕੀ ਫਰਕ ਆ? ਉਸ ਫਾਰਮੂਲੇ ਦੇ ਵਿੱਚ ਜਿਹੜੀ ਇਹ MSP ਕੱਢੀ ਜਾਂਦੀ ਆ ਉਹਦੇ ਵਿੱਚ A2+FL ਨੂੰ ਤਾਂ ਰੱਖਿਆ ਜਾਂਦਾ, ਪਲੱਸ ਉਹਦੇ ਵਿੱਚ 50% ਜਿੰਨਾ ਇਹਨਾਂ ਕਿਸਾਨਾਂ ਨੇ ਖਰਚਾ ਕੀਤਾ ਉਹਨਾਂ ਦਾ ਖਰਚੇ ਦਾ 50% ਤਕਰੀਬਨ ਪ੍ਰੋਫਿਟ ਦੇ ਵਜੋਂ ਜੋੜਿਆ ਜਾਂਦਾ, ਤਾਂ ਕਿ ਕਿਸਾਨਾਂ ਨੂੰ ਵੀ ਕੁਝ ਨਾ ਕੁਝ ਪ੍ਰੋਫਿਟ ਮਿਲ ਸਕੇ ਉਹਨਾਂ ਦੀ ਫਸਲ ਤੋਂ। ਕਿਉਂਕਿ ਜਿੰਨੇ ਵੀ ਆਮ ਵਪਾਰੀ ਆ ਜਾਂ ਜਿਹੜੇ ਕਿਸਾਨਾਂ ਤੋਂ ਇਹ ਫਸਲ ਖਰੀਦਦੇ ਆ ਉਹ ਫਿਰ ਆਪਦਾ ਪ੍ਰੋਫਿਟ ਪਹਿਲਾਂ ਜੋੜਦੇ ਆ ਤੇ ਫਿਰ ਗਾਂ ਮਾਰਕੀਟ ਦੇ ਵਿੱਚ ਵੇਚਦੇ ਆ, ਤੇ ਜਿਹੜੇ ਕਿਸਾਨ ਇਹ ਫਸਲ ਪੈਦਾ ਕਰਦੇ ਆ ਤਾਂ ਉਹਨਾਂ ਨੂੰ ਕਿਉਂ ਨਹੀਂ ਇਹ ਪ੍ਰੋਫਿਟ ਮਿਲਣਾ ਚਾਹੀਦਾ? ਇਸੇ ਗੱਲ ਕਰਕੇ ਨਾ ਤਾਂ ਕਿਸਾਨ ਇਹ MSP ਦੇ ਫਾਰਮੂਲੇ ਦਾ ਖੁਸ਼ ਆ। ਇਹਦੇ ਤੋਂ ਇਲਾਵਾ ਜਿਹੜੀ ਇਹ MSP ਵੀ ਦਿੱਤੀ ਜਾਂਦੀ ਆ ਸਰਕਾਰ ਦੇ ਦੁਆਰਾ ਕਿਸਾਨਾਂ ਨੂੰ, ਇਹ ਸਿਰਫ 2 ਫਸਲਾਂ ਦੇ ਉੱਪਰ ਦਿੱਤੀ ਜਾਂਦੀ ਆ। ਸਰਕਾਰ ਇਹ ਗੱਲ ਕਹਿੰਦੀ ਹੈ ਕਿ 23 ਫਸਲਾਂ ਦੇ ਉੱਪਰ ਉਹ ਆਲਰੇਡੀ ਕਿਸਾਨਾਂ ਨੂੰ ਇਹ MSP ਦੇ ਰਹੇ ਆ, ਪਰ ਜਦਕਿ ਕਣਕ ਝੋਨੇ ਤੋਂ ਇਲਾਵਾ ਕਿਸੇ ਵੀ ਹੋਰ ਫਸਲ ਦੇ ਉੱਪਰ ਇਹ MSP ਨਹੀਂ ਦਿੱਤੀ ਜਾਂਦੀ। ਜਦਕਿ ਕਿਸਾਨ ਇਹ ਗੱਲ ਕਹਿ ਰਹੇ ਆ ਕਿ ਜਿੰਨੀਆਂ ਵੀ ਫਸਲਾਂ ਨੇ ਉਹਨਾਂ ਹਰ ਇੱਕ ਫਸਲ ਦੇ ਉੱਪਰ ਇਸ MSP ਦੀ ਲੀਗਲ ਗਾਰੰਟੀ ਦਿੱਤੀ ਜਾਵੇ, ਤਾਂ ਕਿ ਕਿਸਾਨ ਜ਼ਿਆਦਾ ਤੋਂ ਜ਼ਿਆਦਾ ਹੋਰ ਫਸਲਾਂ ਬੀਜ ਸਕਣ, ਜਿਵੇਂ ਕਿ ਨਰਮਾ ਜਾਂ ਕਈ ਹੋਰ ਦਾਲਾਂ ਨੇ ਅਜਿਹੀਆਂ ਫਸਲਾਂ ਬੀਜ ਸਕਣ। ਲਗਾਤਾਰ ਕਣਕ ਝੋਨੇ ਨੂੰ ਬੀਜ ਕੇ ਉਹਨਾਂ ਦੀ ਜਿਹੜੀ ਜ਼ਮੀਨ ਆ ਉਹਦੀ ਉਪਜਾਊ ਸ਼ਕਤੀ ਵੀ ਘਟ ਰਹੀ ਆ। ਇਹਦੇ ਤੋਂ ਇਲਾਵਾ ਇਹ এনवायरमेंट ਦੇ ਉੱਪਰ ਵੀ ਸਾਈਡ ਇਫੈਕਟ ਪੈ ਰਿਹਾ, ਉਹਨਾਂ ਦੇ ਪਾਣੀ ਦਾ ਜਿਹੜਾ ਲੈਵਲ ਆ ਉਹ ਲਗਾਤਾਰ ਥੱਲੇ ਜਾ ਰਿਹਾ। ਪਰ ਹੁਣ ਤੁਸੀਂ ਖਬਰਾਂ ਦੇ ਵਿੱਚ ਸੁਣਿਆ ਹੋਣਾ ਕਿ ਜੇਕਰ MSP ਦੀ ਮੰਨ ਲਓ ਲੀਗਲ ਗਾਰੰਟੀ ਦਿੱਤੀ ਜਾਣ ਲੱਗ ਗਈ ਤਾਂ ਇਹਦੇ ਨਾਲ ਕਿਸਾਨਾਂ ਨੂੰ ਵੀ ਨੁਕਸਾਨ ਆ ਤੇ ਸਰਕਾਰ ਨੂੰ ਵੀ ਨੁਕਸਾਨ ਆ। ਕੀ ਇਹ ਗੱਲ ਸੱਚ ਆ? ਜੇਕਰ ਇਹਦੇ ਬਾਰੇ ਗੱਲ ਕਰੀਏ ਨਾ ਤਾਂ ਕਈ ਨਿਊਜ਼ ਚੈਨਲਾਂ ਦੇ ਅਨੁਸਾਰ ਜੇਕਰ MSP ਲੀਗਲ ਕਰ ਦਿੱਤੀ ਗਈ ਤਾਂ ਯੂਨੀਅਨ ਬਜਟ ਦਾ ਤਕਰੀਬਨ ਅੱਧਾ ਹਿੱਸਾ ਸਿਰਫ ਇਹਨਾਂ ਫਸਲਾਂ ਨੂੰ ਖਰੀਦਣ ਦੇ ਉੱਪਰ ਖਰਚਾ ਜੂ, ਜਿਹਦੀ ਕਿ ਕੀਮਤ ਤਕਰੀਬਨ 17 ਲੱਖ ਕਰੋੜ ਰੁਪਈਆ ਬਣਦੀ ਆ। ਇਹ ਜਿਹੜਾ ਬਿਲਕੁਲ ਝੂਠ ਆ। ਕਈ ਐਕਸਪਰਟਾਂ ਦੇ ਅਨੁਸਾਰ ਸਿਰਫ 21,000 ਕਰੋੜ ਰੁਪਈਏ ਤੋਂ ਲੈ ਕੇ 2 ਲੱਖ ਕਰੋੜ ਰੁਪਈਏ ਤੋਂ ਜ਼ਿਆਦਾ ਰਕਮ ਨਹੀਂ ਬਣਦੀ ਜੇਕਰ ਸਰਕਾਰ ਇਹ MSP ਦੀ ਲੀਗਲ ਗਾਰੰਟੀ ਦਿੰਦੀ ਆ, ਤੇ ਇੰਨੀ ਕੁ ਰਕਮ ਦਾ ਬੋਝ ਸਰਕਾਰ ਆਸਾਨੀ ਦੇ ਨਾਲ ਝੱਲ ਸਕਦੀ ਹੈ। ਤੇ ਬਾਕੀ ਕੋਈ ਵੀ ਬੰਦਾ ਇਹ ਗੱਲ ਨਹੀਂ ਕਹਿ ਰਿਹਾ ਕਿ ਜੇਕਰ ਮੰਨ ਲਓ MSP ਦੀ ਲੀਗਲ ਗਾਰੰਟੀ ਦਿੱਤੀ ਜਾਂਦੀ ਹੈ ਤਾਂ ਸਰਕਾਰ ਨੂੰ ਹੀ ਸਾਰੀ ਫਸਲ ਖਰੀਦਣੀ ਪਊਗੀ। ਉੱਥੇ ਕੁਝ ਕੁ ਪ੍ਰਾਈਵੇਟ ਸ਼ੈਲਰਾਂ ਵਾਲੇ ਆ ਕੇ ਵੀ ਉਹ ਆਪਦੀ ਫਸਲ ਖਰੀਦ ਸਕਦੇ ਆ, ਕੋਈ ਪ੍ਰਾਈਵੇਟ ਪਲੇਅਰ ਆ ਕੇ ਇਹਨਾਂ ਕਿਸਾਨਾਂ ਤੋਂ ਆਹ ਫਸਲ ਖਰੀਦ ਸਕਦਾ। ਕੱਲੇ ਸਰਕਾਰ ਨੇ ਨਹੀਂ ਇਹ ਫਸਲ ਖਰੀਦਣੀ, ਤਾਂ ਕਰਕੇ 17 ਲੱਖ ਕਰੋੜ ਰੁਪਈਆ ਜਾਂ 20 ਲੱਖ 30 ਲੱਖ ਕਰੋੜ ਰੁਪਈਏ ਤੱਕ ਦੀ ਜਿਹੜੀ ਇਹ ਗੱਲ ਕਰ ਰਹੇ ਆ ਇਹ ਬਿਲਕੁਲ ਝੂਠ ਆ। ਇਹ ਬਿਲਕੁਲ ਸਰਕਾਰ ਦੇ ਉੱਪਰ ਇੰਨਾ ਬੋਝ ਨਹੀਂ ਪੈਣਾਗਾ। ਸਰਕਾਰ ਨੇ ਸਿਰਫ ਇੱਕ ਕਾਨੂੰਨ ਬਣਾਉਣਾ ਜਿਹਦੇ ਵਿੱਚ ਕਿ ਕੋਈ ਵੀ ਬੰਦਾ ਇਸ ਘੱਟੋ ਘੱਟ ਖਰੀਦ ਕੀਮਤ ਤੋਂ ਘੱਟ ਮੁੱਲ ਦੇ ਉੱਪਰ ਕਿਸਾਨਾਂ ਤੋਂ ਫਸਲ ਨਹੀਂ ਖਰੀਦ ਸਕਦਾ। ਤੇ ਜੇਕਰ ਆਪਾਂ ਕਿਸਾਨਾਂ ਦੀ ਦੂਜੀ ਮੇਨ ਮੰਗ ਦੀ ਗੱਲ ਕਰੀਏ ਨਾ ਤਾਂ WTO ਨੂੰ ਛੱਡ ਦੇਣ ਦੇ ਲਈ ਕਹਿ ਰਹੇ ਆ ਭਾਰਤ ਦੇ ਕਿਸਾਨ ਭਾਰਤ ਦੀ ਸਰਕਾਰ ਨੂੰ। WTO ਜਿਹਨੂੰ ਕਿ ਆਪਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ ਆ, ਇਹਦੇ ਵਿੱਚ ਦੁਨੀਆ ਦੇ ਚੋਟੀ ਦੇ ਦੇਸ਼ ਜਿਵੇਂ ਕਿ ਅਮਰੀਕਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਯੂਰਪੀਅਨ ਯੂਨੀਅਨ ਦੇ ਦੂਜੇ ਦੇਸ਼ ਭਾਰਤ ਦੇ ਵਾਂਗੂ ਇਸ WTO ਦੇ ਮੈਂਬਰ ਆ। ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਇਸ ਗੱਲ ਦਾ ਸਮਝੌਤਾ ਕਿ ਕਿਸੇ ਵੀ ਦੇਸ਼ ਦੀ ਸਰਕਾਰ ਆਪਦੇ ਦੇਸ਼ ਦੇ ਕਿਸਾਨਾਂ ਨੂੰ ਕਿਸੇ ਵੀ ਫਸਲ ਦੇ ਉੱਪਰ 10% ਤੋਂ ਜ਼ਿਆਦਾ ਸਬਸਿਡੀ ਨਹੀਂ ਦੇ ਸਕਦੀ ਕਿਸੇ ਵੀ ਮਾਤਰਾ ਦੇ ਵਿੱਚ, ਕਿਉਂਕਿ ਜੇਕਰ ਸਰਕਾਰ ਜ਼ਿਆਦਾ ਸਬਸਿਡੀ ਦਿੰਦੀ ਆ ਤਾਂ ਇਹਦੇ ਨਾਲ ਇੰਟਰਨੈਸ਼ਨਲ ਮਾਰਕੀਟ ਦੇ ਉੱਪਰ ਅਸਰ ਪੈਂਦਾ। ਤੇ ਭਾਰਤ ਦੀ ਸਰਕਾਰ ਦਾ ਕਹਿਣਾ ਕਿ ਕਣਕ ਝੋਨੇ ਦੇ ਉੱਪਰ ਉਹ ਆਲਰੇਡੀ ਇਹ ਜਿਹੜਾ 10% ਵਾਲਾ ਅੰਕੜਾ ਸਬਸਿਡੀ ਦੇਣ ਦਾ ਕਿਸਾਨਾਂ ਨੂੰ ਇਹ ਆਲਰੇਡੀ ਉਹਨੂੰ ਕ੍ਰਾਸ ਕਰ ਚੁੱਕੇ ਆ। ਤੇ ਭਾਰਤ ਦੇ ਕਿਸਾਨਾਂ ਨੂੰ ਤੇ ਭਾਰਤ ਦੀਆਂ ਕਿਸਾਨ ਯੂਨੀਅਨ ਨੂੰ ਵੀ ਇਸ ਗੱਲ ਦਾ ਪਤਾ ਕਿ ਜੇਕਰ ਭਾਰਤ ਦੀ ਸਰਕਾਰ WTO ਦਾ ਮੈਂਬਰ ਰਹਿੰਦੀ ਆ ਤਾਂ ਉਹ ਦੇਸ਼ ਲਗਾਤਾਰ ਭਾਰਤ ਦੀ ਸਰਕਾਰ ਦੇ ਉੱਪਰ ਦਬਾਅ ਬਣਾਉਣਗੇ ਕਿਸਾਨਾਂ ਨੂੰ ਸਬਸਿਡੀਜ਼ ਨਾ ਦੇਣ ਦਾ। ਜਿਵੇਂ ਕਿ ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ ਆਲਰੇਡੀ ਭਾਰਤ ਦੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦੇ ਰਹੇ ਆ ਕਿ ਉਹ ਸਬਸਿਡੀ ਘੱਟ ਕਰਨ ਇਹਨਾਂ ਫਸਲਾਂ ਦੇ ਉੱਪਰ। ਤਾਂ ਕਰਕੇ ਹੀ ਇਹ ਸਾਰੇ ਕਿਸਾਨ WTO ਨੂੰ ਛੱਡਣ ਦੇ ਲਈ ਕਹਿ ਰਹੇ ਆ। ਪਰ ਇਸ WTO ਨੂੰ ਛੱਡਣਾ ਭਾਰਤ ਦੀ ਸਰਕਾਰ ਦੇ ਲਈ ਇੰਨਾ ਵੀ ਆਸਾਨ ਨਹੀਂ, ਕਿਉਂਕਿ ਜੇਕਰ ਭਾਰਤ ਦੀ ਸਰਕਾਰ WTO ਨੂੰ ਛੱਡ ਕੇ ਬਾਹਰ ਆਉਂਦੀ ਆ
ਤਾਂ ਇਹਦੇ ਨਾਲ ਭਾਰਤ ਦੇ ਟ੍ਰੇਡ ਦੇ ਉੱਪਰ ਵੀ ਅਸਰ ਪਊਗਾ, ਜਿਹਦਾ ਕਿ ਘਾਟਾ ਸ਼ਾਇਦ ਭਾਰਤ ਦੀ ਸਰਕਾਰ ਨਹੀਂ ਚੱਲ ਸਕਦੀ। ਤਾਂ ਕਰਕੇ ਸਰਕਾਰ ਨੂੰ ਜੇ ਇਹ ਮੰਗ ਨਹੀਂ ਮੰਨਣੀ ਕਿਸਾਨਾਂ ਦੀ, ਤਾਂ ਇਹਦਾ ਕੋਈ ਨਾ ਕੋਈ ਅਲਟਰਨੇਟਿਵ ਸੋਚਣਾ ਚਾਹੀਦਾ ਕਿ ਕਿਸ ਤਰੀਕੇ ਸਰਕਾਰ ਕਿਸਾਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰ ਸਕਦੀ ਆ, ਤਾਂ ਕਿ ਉਹ WTO ਦੀ 10% ਵਾਲੀ ਸਬਸਿਡੀ ਨੂੰ ਵੀ ਨਾ ਕ੍ਰਾਸ ਕੀਤਾ ਜਾ ਸਕੇ ਤੇ ਕਿਸਾਨਾਂ ਦੀ ਵੀ ਮਦਦ ਕੀਤੀ ਜਾ ਸਕੇ। ਤੇ ਕਿਸਾਨਾਂ ਦੀਆਂ ਅਗਲੀਆਂ ਮੰਗਾਂ ਦੇ ਵਿੱਚੋਂ ਇੱਕ ਮੁੱਖ ਮੰਗ ਇਹ ਵੀ ਆ ਕਿ ਭਾਰਤ ਦੇ ਕਿਸਾਨਾਂ ਦੇ ਉੱਪਰ ਇਸ ਸਮੇਂ ਜਿੰਨਾ ਵੀ ਕਰਜ਼ਾ, ਭਾਰਤ ਦੀ ਸਰਕਾਰ ਨੂੰ ਇੱਕ ਵਾਰੀ ਕਿਸਾਨਾਂ ਦਾ ਇਹ ਕਰਜ਼ਾ ਜਿਹੜਾ ਇਹ ਵੇਵ ਆਫ ਕਰ ਦੇਣਾ ਚਾਹੀਦਾ ਤੇ ਅਗਲੀ ਵਾਰ ਤੋਂ ਕਿਸਾਨਾਂ ਦੇ ਲਈ ਇਹ ਜਿਹੜਾ ਲੋਨ ਦਾ ਪ੍ਰੋਸੈਸ ਆ, ਇਹ ਕੁਝ ਕੁ ਜਿਹੜਾ ਕੰਪਲਿਕੇਟਡ ਪ੍ਰੋਸੈਸ ਆ, ਇਹਨੂੰ ਆਸਾਨ ਬਣਾ ਦੇਣਾ ਚਾਹੀਦਾ। ਪਰ ਕੁਝ ਕੁ ਸਰਕਾਰ ਪੱਖੀ ਲੋਕ ਇਹ ਗੱਲ ਕਹਿ ਰਹੇ ਆ ਕਿ ਇਦਾਂ ਕਿਦਾਂ ਭਾਰਤ ਦੀ ਸਰਕਾਰ ਕਿਸਾਨਾਂ ਦਾ ਇਹ ਕਰਜ਼ਾ ਮਾਫ ਕਰ ਦੇ। ਪਰ ਭਾਰਤ ਦੇ ਹੀ ਨੈਸ਼ਨਲ ਸੈਂਪਲ ਸਰਵੇ ਦੇ ਅਨੁਸਾਰ 52% ਕਿਸਾਨ ਅਜਿਹੇ ਆ ਜਿਨ੍ਹਾਂ ਦੇ ਉੱਪਰ ਕਰਜ਼ੇ ਦੀ ਰਕਮ ਇੰਨੀ ਕੁ ਜ਼ਿਆਦੇ ਆ ਕਿ ਕਿਸਾਨਾਂ ਦਾ ਸਾਲਾਨਾ ਤਕਰੀਬਨ 74,000 ਰੁਪਇਆ ਕਰਜ਼ਾ ਮੋੜਨ ਦੇ ਵਿੱਚ ਚਲਾ ਜਾਂਦਾ। ਤੇ ਕਈ ਕਿਸਾਨ ਤਾਂ ਅਜਿਹੇ ਆ ਜਿਨ੍ਹਾਂ ਦੀ ਸਾਲਾਨਾ ਇੰਨੀ ਆਮਦਨੀ ਜਿੰਨਾ ਉਹਨਾਂ ਦਾ ਕਰਜ਼ਾ ਮੋੜਨ ਦੇ ਵਿੱਚ ਇਹ ਰਕਮ ਚਲੀ ਜਾਂਦੀ ਆ। ਤਾਂ ਕਰਕੇ ਇਹ ਜਿਹੜੇ ਕਿਸਾਨ ਆ ਇਹ ਸਰਕਾਰ ਦੇ ਅੱਗੇ ਇੱਕ ਵਾਰੀ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਮੰਗ ਕਰ ਰਹੇ ਆ। ਪਰ ਫਿਰ ਵੀ ਸਰਕਾਰ ਪੱਖੀ ਲੋਕ ਕਿਸਾਨਾਂ ਦੀ ਇਸ ਮੰਗ ਦਾ ਵਿਰੋਧ ਕਰ ਰਹੇ ਆ। ਕਿਸਾਨਾਂ ਦਾ ਕੋਈ ਨਾ ਕੋਈ ਜ਼ਰੂਰ ਹੱਲ ਕਰਨਾ ਚਾਹੀਦਾ। ਅਸੀਂ ਨਹੀਂ ਕਹਿੰਦੇ ਕਿ ਸਿੱਧਾ ਸਾਰੇ ਦਾ ਸਾਰਾ ਲੋਨ ਵੇਵ ਆਫ ਕਰ ਦਿੱਤਾ ਜਾਵੇ, ਪਰ ਕੁਝ ਕੁ ਅਜਿਹੀਆਂ ਨਵੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਤਾਂ ਕਿ ਕਿਸਾਨਾਂ ਨੂੰ ਹੌਲੀ-ਹੌਲੀ ਕਰਕੇ ਇਹ ਜਿਹੜੀ ਕਰਜ਼ੇ ਦੀ ਦਲਦਲ ਆ ਇਹਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਕਿਸਾਨ ਲਗਾਤਾਰ ਇਸ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਆ। ਉਹ ਕਿਸਾਨ ਕੀ ਕਰ ਸਕਦਾ ਜਿਹਦੇ ਕੋਲ ਸਾਲਾਨਾ 74,000 ਰੁਪਇਆ ਆਮਦਨੀ, ਉਹ ਕਿਵੇਂ ਸਾਲਾਨਾ 74,000 ਰੁਪਇਆ ਇਹ ਕਰਜ਼ੇ ਦੀ ਰਕਮ ਮੋੜ ਸਕਦਾ? ਤਾਂ ਕਰਕੇ ਸਰਕਾਰ ਨੂੰ ਇਹ ਜ਼ਰੂਰ ਨਵੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ। ਵੈਸੇ ਤਾਂ ਕਿਸਾਨਾਂ ਦੀਆਂ ਕਈ ਮੁੱਖ ਮੰਗਾਂ ਨੇ, ਪਰ ਕੁਝ ਕੁ ਯੂਟਿਊਬਰ ਇਸ ਟਾਈਮ ਅਜਿਹੇ ਨੇ ਜਿਹੜੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕੁਝ ਕੁ ਅਜਿਹੀਆਂ ਝੂਠੀਆਂ ਖਬਰਾਂ ਚਲਾ ਰਹੇ ਨੇ ਕਿ ਕਿਸਾਨ ਤਾਂ ਉਹਨਾਂ ਲੋਕਾਂ ਦੀ ਸਪੋਰਟ ਕਰਦੇ ਆ ਜਿਹੜੇ ਭਾਰਤ ਦੇਸ਼ ਦੇ ਖਿਲਾਫ ਨੇ। फार्मर्स के डिमांड की डॉक्यूमेंट का ये 8वां डिमांड तो देखो, फार्मर्स के राइट्स का और सीए प्रोटेस्टर्स का, जिसमें शर्जील इमाम जो इंडिया से नॉर्थ ईस्ट को अलग करने की बात करता है और उमर खालिद जो कश्मीरी सेपरेटिज्म को ओपनली सपोर्ट करता है, कि बात क्यों हो रही है। ਪਰ ਇੱਕ ਵਾਰੀ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਆਹ ਕਿਸਾਨਾਂ ਦੀਆਂ ਮੰਗਾਂ ਨੂੰ ਜ਼ਰੂਰ ਪੜਿਓ। ਤੁਹਾਨੂੰ ਕਿਤੇ ਵੀ ਅਜਿਹੀ ਮੰਗ ਨਹੀਂ ਮਿਲਣੀ ਜਿਹਦੇ ਵਿੱਚ ਉਹ ਅਜਿਹੇ ਲੋਕਾਂ ਦੀ ਸਪੋਰਟ ਕਰ ਰਹੇ ਹੋਣ ਜਿਹੜੇ ਭਾਰਤ ਦੇ ਖਿਲਾਫ ਨੇ, ਪਰ ਫਿਰ ਵੀ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਅਜਿਹੀਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ। ਤੇ ਇੱਕ ਜਿਹੜੀ ਕਿਸਾਨਾਂ ਦੀ ਹੋਰ ਮੰਗ ਆ ਕਿ ਜਿੰਨੇ ਵੀ ਕਿਸਾਨ 60 ਸਾਲ ਦੀ ਉਮਰ ਨੂੰ ਕ੍ਰਾਸ ਕਰ ਜਾਂਦੇ ਆ ਉਹਨਾਂ ਨੂੰ ਤਕਰੀਬਨ 10,000 ਰੁਪਇਆ ਮਹੀਨੇ ਦੀ ਪੈਨਸ਼ਨ ਮਿਲਣੀ ਚਾਹੀਦੀ ਆ। ਇਹ ਜਿਹੜੀ ਕਿਸਾਨਾਂ ਦੀ ਮੰਗ ਆ ਇਹ ਵੀ ਲਗਭਗ ਬਿਲਕੁਲ ਠੀਕ ਆ ਹੋਰ ਦੂਜੀਆਂ ਮੰਗਾਂ ਦੇ ਵਾਂਗੂ, ਕਿਉਂਕਿ ਜਦੋਂ ਵੀ ਕੋਈ ਕਿਸਾਨ ਆਪਦੇ ਖੇਤ ਦੇ ਵਿੱਚ ਲਗਾਤਾਰ ਕੰਮ ਕਰਦਾ ਰਹਿੰਦਾ ਤਾਂ ਉਸ ਤੋਂ ਬਾਅਦ ਜਦੋਂ 60 ਸਾਲ ਦੀ ਉਮਰ ਦੇ ਵਿੱਚ ਉਹ ਕੰਮ ਕਰਨ ਦੇ ਲਾਇਕ ਨਹੀਂ ਰਹਿੰਦਾ ਤਾਂ ਉਸ ਸਮੇਂ ਜਿਹੜੇ ਕਿਸਾਨ ਦੇ ਹਾਲਾਤ ਆ ਉਹ ਬਹੁਤ ਬੁਰੇ ਹੋ ਜਾਂਦੇ ਆ ਜੇਕਰ ਉਸ ਕਿਸਾਨ ਦੇ ਕੋਲ ਕੋਈ ਜ਼ਿਆਦਾ ਜ਼ਮੀਨ ਨਹੀਂ। ਤਾਂ ਸਰਕਾਰ ਨੂੰ ਇਹ ਮੰਗ ਵੀ ਮੰਨ ਲੈਣੀ ਚਾਹੀਦੀ ਆ। ਹਾਲਾਂਕਿ ਹਰ ਇੱਕ ਅਮੀਰ ਤੇ ਗਰੀਬ ਕਿਸਾਨ ਦੇ ਵਿੱਚ ਇਹ ਡਿਫਰੈਂਸ਼ੀਏਟ ਕਰਨਾ ਚਾਹੀਦਾ ਸਰਕਾਰ ਨੂੰ। ਹੋ ਸਕਦਾ ਕਿ ਇਸ ਤਰੀਕੇ ਇਸ ਮੰਗ ਨੂੰ ਮੰਨਿਆ ਜਾਵੇ ਕਿ 5 ਕਿੱਲਿਆਂ ਤੋਂ ਘੱਟ ਵਾਲੇ ਜਿੰਨੇ ਵੀ ਕਿਸਾਨ ਨੇ ਉਹਨਾਂ ਨੂੰ ਸਾਲਾਨਾ ਪੈਨਸ਼ਨ ਮਿਲੂਗੀ, ਪਰ ਜ਼ਰੂਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲ ਕਰਕੇ ਇੱਕ ਵਾਰੀ ਕਿਸਾਨਾਂ ਨੂੰ ਸਮਝਾਉਣਾ ਚਾਹੀਦਾ ਤੇ ਕਿਸਾਨਾਂ ਨੂੰ ਵੀ ਸਰਕਾਰ ਦੇ ਨਾਲ ਇਹ ਟੇਬਲ ਟਾਕ ਕਰਨੀ ਚਾਹੀਦੀ ਆ ਤਾਂ ਕਿ ਇਸ ਮੰਗ ਦਾ ਵੀ ਹੱਲ ਕੀਤਾ ਜਾ ਸਕੇ। ਇਹਦੇ ਤੋਂ ਇਲਾਵਾ ਜਿਹੜੀਆਂ MSP ਦਾ ਦੂਜੀਆਂ ਮੰਗਾਂ ਨੇ ਇਹਨਾਂ ਦਾ ਕੀ ਹੱਲ ਹੋ ਸਕਦਾ ਜੇਕਰ ਇਹਦੇ ਬਾਰੇ ਵੀ ਗੱਲ ਕਰੀਏ ਨਾ, ਤਾਂ ਕੁਝ ਕੁ ਐਕਸਪਰਟ ਇਹ ਗੱਲ ਕਹਿ ਰਹੇ ਨੇ ਕਿ ਹਾਂ MSP ਦੀ ਲੀਗਲ ਗਰੰਟੀ ਤਾਂ ਕਿਸਾਨਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਆ, ਪਰ ਨਾਲ ਦੀ ਨਾਲ ਹੀ MSP ਦੀ ਲੀਗਲ ਗਰੰਟੀ ਦੇ ਸਰਕਾਰ ਨੂੰ ਇੱਕ ਪੇਮੈਂਟ ਡੈਫੀਸ਼ੀਐਂਸੀ ਪ੍ਰੋਗਰਾਮ ਵੀ ਲਾਗੂ ਕਰ ਦੇਣਾ ਚਾਹੀਦਾ। ਇਹ ਪੇਮੈਂਟ ਡੈਫੀਸ਼ੀਐਂਸੀ ਪ੍ਰੋਗਰਾਮ ਕੀ ਹੁੰਦਾ ਕਿ ਮੰਨ ਲਓ ਕਿ MSP ਦੇ ਵਿੱਚ ਮੱਕੀ ਦੀ ਜਿਹੜੀ ਕੀਮਤ ਆ ਉਹ 2,000 ਰੁਪਏ ਕੁਇੰਟਲ ਆ, ਪਰ ਕਿਸਾਨਾਂ ਦੀ ਜਿਹੜੀ ਇਹ ਮੱਕੀ ਆ ਇਹ ਲੋਕਲ ਬਾਜ਼ਾਰ ਦੇ ਵਿੱਚ ਸਿਰਫ 1,800 ਰੁਪਏ ਨੂੰ ਵਿਕੀ ਆ। ਤਾਂ ਇੱਕ ਸਲਿੱਪ ਲਿਆ ਕੇ ਕਿਸਾਨ ਸਰਕਾਰ ਦੇ ਅੱਗੇ ਪੇਸ਼ ਕਰਨ ਕਿ ਤੁਸੀਂ MSP ਦੀ ਲੀਗਲ ਗਰੰਟੀ ਦਿੱਤੀ ਸੀ ਜਿਹਦੇ ਵਿੱਚ ਕਿ ਇਹ 1,800 ਰੁਪਏ ਵਿਕੀ ਆ ਉਹਨਾਂ ਦੀ ਮੱਕੀ, ਪਰ ਇਹਦਾ MSP ਆ ਜਿਹੜੀ ਇਹ 2,000 ਰੁਪਇਆ, ਤਾਂ ਸਰਕਾਰ ਉਹ ਜਿਹੜਾ 200 ਰੁਪਇਆ ਉਹ ਆਪਦੇ ਕੋਲੋਂ ਕਿਸਾਨਾਂ ਨੂੰ ਦੇਵੇ ਤਾਂ ਕਿ ਇਹਦੇ ਨਾਲ ਕਿਸਾਨਾਂ ਦੀ ਵੀ ਮਦਦ ਹੋ ਸਕੇ, ਸਰਕਾਰ ਦੇ ਖਜ਼ਾਨੇ ਦੇ ਉੱਪਰ ਵੀ ਜ਼ਿਆਦਾ ਬੋਝ ਨਾ ਪਵੇ। ਤਾਂ ਇਸ ਤਰੀਕੇ MSP ਦੀ ਮੰਗ ਨੂੰ ਲੀਗਲ ਕੀਤਾ ਜਾ ਸਕਦਾ। ਬਾਕੀ ਜਿਹੜੇ ਕਿਸਾਨ ਸਵਾਮੀਨਾਥਨ ਰਿਪੋਰਟ ਦੇ ਅਨੁਸਾਰ ਇਹ MSP ਦੀ ਮੰਗ ਕਰ ਰਹੇ ਆ,
ਜੇਕਰ ਸਰਕਾਰ ਕਿਸਾਨਾਂ ਨੂੰ ਪਿਆਰ ਦੇ ਨਾਲ ਸਮਝਾਵੇ, ਟੇਬਲ ਟਾਕ ਕਰੇ, ਜਿਹੜਾ ਉਹ ਸਵਾਮੀਨਾਥਨ ਰਿਪੋਰਟ ਦਾ ਫਾਰਮੂਲਾ ਜਿਹਦੇ ਵਿੱਚ ਕਿ 50% ਪ੍ਰੋਫਿਟ ਜੋੜਿਆ ਜਾਂਦਾ, ਉਸ ਪ੍ਰੋਫਿਟ ਤੋਂ ਸ਼ਾਇਦ 30% ਕਰ ਲਿਆ ਜਾਵੇ, ਥੋੜੀ ਕੁ MSP ਦੀ ਕੀਮਤ ਜ਼ਰੂਰ ਘਟੂਗੀ, ਪਰ ਇਹਦੇ ਨਾਲ ਕਿਸਾਨਾਂ ਨੂੰ ਵੀ ਪ੍ਰੋਫਿਟ ਹੋਊਗਾ ਤੇ ਸਰਕਾਰ ਦੇ ਉੱਪਰ ਵੀ ਘੱਟ ਬੋਝ ਪਊਗਾ। ਬਾਕੀ ਕੋਈ ਵੀ ਜਿਹੜਾ ਇਹ ਕਿਸਾਨਾਂ ਦੀ ਪ੍ਰੋਬਲਮ ਦਾ ਹੱਲ ਆ, ਇਹ ਟੇਬਲ ਟਾਕ ਦੇ ਨਾਲ ਨਿਕਲਣਾ, ਨਾ ਕਿ ਕਿਸਾਨਾਂ ਦੇ ਅੱਗੇ ਬੈਰੀਕੇਡ ਲਾ ਕੇ, ਵੱਡੇ ਵੱਡੇ ਬਾਰਡਰ ਬਣਾ ਕੇ, ਕਿਸਾਨਾਂ ਦੇ ਉੱਪਰ ਗੋਲੀਬਾਰੀ ਕਰਕੇ, ਉਹਨਾਂ ਦੇ ਉੱਪਰ ਤਸ਼ੱਦਦ ਕਰਕੇ ਇਸ ਚੀਜ਼ ਦਾ ਹੱਲ ਨਿਕਲਣਾ। ਸਰਕਾਰ ਨੂੰ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ ਕਿ ਇਹ ਉਹਨਾਂ ਦੇ ਦੇਸ਼ ਦੇ ਕਿਸਾਨ ਆ, ਨਾ ਕਿ ਕਿਸੇ ਹੋਰ ਦੇਸ਼ ਦੀ ਫੌਜ ਉਹਨਾਂ ਦੇ ਉੱਪਰ ਹਮਲਾ ਕਰਨ ਦੇ ਲਈ ਆ ਰਹੀ ਆ। ਤੇ ਜਿੰਨਾ ਉਹ ਕਿਸਾਨਾਂ ਨੂੰ ਅਕਾਈ ਜਾਣਗੇ, ਓਨਾ ਹੀ ਇਹ ਮਸਲਾ ਲਟਕਦਾ ਜਾਊਗਾ। ਜੇਕਰ ਪਿਆਰ ਦੇ ਨਾਲ ਆ ਕੇ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਦੀ ਆ, ਜਾਂ ਫਿਰ ਉਹਨਾਂ ਮੰਗਾਂ ਦੇ ਵਿੱਚ ਥੋੜੇ ਬਹੁਤ ਫੇਰ ਬਦਲ ਕਰਕੇ ਸਾਰੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਨੇ, ਤਾਂ ਇਹਦੇ ਨਾਲ ਨਾ ਤਾਂ ਕਿਸਾਨਾਂ ਦੇ ਉੱਪਰ ਬੋਝ ਪਊਗਾ ਤੇ ਨਾ ਹੀ ਸਰਕਾਰ ਦੇ ਉੱਪਰ ਬੋਝ ਪਊਗਾ, ਤੇ ਇਸ ਸਾਰੀ ਚੀਜ਼ ਦਾ ਹੱਲ ਹੋ ਜਾਊਗਾ। ਪਰ ਜੇਕਰ ਕਿਸਾਨਾਂ ਨੂੰ ਲਗਾਤਾਰ ਸਰਕਾਰ ਇਸੇ ਹੀ ਤਰੀਕੇ ਤੰਗ ਕਰਦੀ ਰਹੀ ਤਾਂ ਇਸ ਚੀਜ਼ ਦਾ ਕੋਈ ਵੀ ਹੱਲ ਨਹੀਂ ਨਿਕਲਣਾ। ਇਹ ਤਾਂ ਅਜਿਹੇ ਸ਼ਾਂਤੀਮਈ ਤਰੀਕੇ ਦੇ ਨਾਲ ਅੰਦੋਲਨ ਕਰਦੇ ਆ। ਕਈ ਹੋਰ ਦੇਸ਼ਾਂ ਦੇ ਕਿਸਾਨ ਆ, ਜਿਵੇਂ ਕਿ ਜਰਮਨੀ ਦੇ ਕਿਸਾਨ ਆ ਜਾਂ ਫਰਾਂਸ ਦੇ ਕਿਸਾਨ ਆ, ਉਹ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾਂਦੇ ਆ, ਨਾ ਸਿਰਫ ਉੱਥੇ ਆਪਦੇ ਟਰੈਕਟਰਾਂ ਦੇ ਨਾਲ ਪ੍ਰਦਰਸ਼ਨ ਕਰਦੇ ਆ, ਬਲਕਿ ਉੱਥੋਂ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਉਹ ਇਸ ਤਰੀਕੇ ਤੂੜੀ ਦੇ ਨਾਲ ਭਰ ਦਿੰਦੇ ਆ, ਰੂੜੀ ਲਾ ਦਿੰਦੇ ਆ ਉਹਨਾਂ ਦਫ਼ਤਰਾਂ ਦੇ ਵਿੱਚ। ਇਸ ਤਰੀਕੇ ਸਰਕਾਰ ਦੇ ਅੱਗੇ ਆਪਦਾ ਵਿਰੋਧ ਕਰਦੇ ਆ। ਪਰ ਇਹ ਭਾਰਤ ਦੇ ਹੀ ਕਿਸਾਨ ਆ ਜਿਹੜੇ ਕਿ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰਦੇ ਆ। ਸਰਕਾਰ ਨੂੰ ਇਹ ਚੀਜ਼ ਜ਼ਰੂਰ ਸਮਝਣੀ ਚਾਹੀਦੀ ਆ ਤੇ ਕਿਸਾਨਾਂ ਦੀ ਹਰ ਇੱਕ ਮੰਗ ਨੂੰ ਜ਼ਰੂਰ ਮੰਨਣਾ ਚਾਹੀਦਾ। ਬਾਕੀ ਜਿਹੜੇ ਵੀ ਲੋਕਾਂ ਨੂੰ ਇਹ ਗੱਲ ਲੱਗਦੀ ਆ ਕਿ ਹਮੇਸ਼ਾ ਪੰਜਾਬ ਦੇ ਹੀ ਕਿਸਾਨ ਅੱਗੇ ਆਉਂਦੇ ਆ, ਹਮੇਸ਼ਾ ਪੰਜਾਬ ਦੇ ਕਿਸਾਨ ਹੀ ਇਸ ਗੱਲ ਦਾ ਵਿਰੋਧ ਕਰਦੇ ਆ, ਤਾਂ ਉਹ ਇਸ ਗੱਲ ਨੂੰ ਸਮਝਣ ਕਿ ਜਦੋਂ ਹਰੀ ਕ੍ਰਾਂਤੀ ਆਈ ਸੀ ਨਾ, ਤਾਂ ਪੰਜਾਬ ਨੂੰ ਇੱਕ ਐਕਸਪੈਰੀਮੈਂਟਲ ਸਟੇਟ ਬਣਾਇਆ ਗਿਆ ਸੀ। ਆਹ ਵੀਡੀਓ ਦੇ ਉੱਪਰ ਕਲਿੱਕ ਕਰਕੇ ਜ਼ਰੂਰ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਤਬਾਹ ਕੀਤਾ ਗਿਆ ਸੀ। ਇਸੇ ਹੀ ਗੱਲ ਦੇ ਕਰਕੇ ਹੁਣ ਪੰਜਾਬ ਦੇ ਕਿਸਾਨ ਅੱਗੇ ਆ ਕੇ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਰਲ ਕੇ ਇਹਨਾਂ ਚੀਜ਼ਾਂ ਨੂੰ ਲੈ ਕੇ ਵਿਰੋਧ ਕਰਦੇ ਆ। ਤੇ ਆਪਾਂ ਤੁਹਾਡੇ ਨਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ।